सत श्री अकाल। स्वागत है तुहाडा सारिਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਜਿਸ ਦਾ ਨਾਮ ਹੈ NRI ਵਰਲਡ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਅਸੀਂ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਸੋ ਆਓ ਸ਼ੁਰੂ ਕਰਦੇ ਹਾਂ NRI ਵਰਲਡ। कैनेडा के सिटीजनशिप कानून विच हुण कई बदलाव किए जा रहे हैं, जिस तहत सिटीजनशिप लैंड विच हुण काफ़ी समा लगेगा। इस दे नाल ही बीते कुछ समय विच स्टूडेंट वीज़ा विच भी काफ़ी वाधा किया गया है। इन्हां बदलावां बारे पेश है एक खास मुलाकात MP दविंदर शोरी दे नाल। ਕੈਨੇਡਾ ਦਾ ਦੁਨੀਆ ਦਾ ਖੁਸ਼ਹਾਲ ਮੁਲਕ ਆ ਜਿੱਥੇ ਹਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਲੋਕ ਆ ਕੇ ਆਪਣੀ ਨਾਗਰਿਕਤਾ ਲੈਣ ਨੂੰ ਪਹਿਲ ਦਿੰਦੇ ਨੇ। ਹਾਰਪਰ ਸਰਕਾਰ ਵੱਲੋਂ ਬਿੱਲ C-24 ਪੇਸ਼ ਕਰਕੇ ਨਾਗਰਿਕਤਾ ਲੈਣ ਦੇ ਵਿੱਚ ਕੁਝ ਚੇਂਜਸ ਕੀਤੇ ਗਏ ਨੇ। ਇਹ ਬਿੱਲ ਪੇਸ਼ ਕਰਨ ਦੇ ਵਿੱਚ ਕੈਲਗਰੀ ਨਾਰਥ ਈਸਟ ਹਲਕੇ ਦੇ ਮੈਂਬਰ ਪਾਰਲੀਮੈਂਟ ਮਾਨਯੋਗ ਦਵਿੰਦਰ ਸ਼ੋਰੀ ਜੀ ਦਾ ਬਹੁਤ ਵੱਡਾ ਯੋਗਦਾਨ ਆ। ਇਹ ਬਿੱਲ ਪੇਸ਼ ਕਰਕੇ ਜੋ ਚੇਂਜਸ ਕੀਤੇ ਗਏ ਤੇ ਕੀ ਕਾਰਨ ਹੈ ਤੇ ਕੀ ਚੇਂਜਸ ਕੀਤੇ ਗਏ ਨੇ? ਬਿਲਕੁਲ ਸੰਧੂ ਸਾਹਿਬ, 1977 ਤੋਂ ਬਾਅਦ ਕੈਨੇਡਾ ਦਾ ਸਿਟੀਜ਼ਨਸ਼ਿਪ ਐਕਟ ਹੈ ਜਿਹੜਾ, ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਸੀ ਆਈ। ਇਸ ਨੂੰ ਹੁਣ ਕਿਉਂਕਿ ਟਾਈਮ ਬਦਲ ਚੁੱਕਿਆ ਹੈਗਾ 1977 ਤੋਂ ਬਾਅਦ। ਹੁਣ ਕੁਝ ਪਹਿਲਾਂ ਫਾਰ ਐਗਜ਼ਾਮਪਲ ਸਾਡੇ ਕੋਲ ਇੰਨੀਆਂ ਐਥਨੀਸਿਟੀਜ਼ ਨਹੀਂ ਸੀ ਕੈਨੇਡਾ ਦੇ ਵਿੱਚ। ਅੱਜ ਦੇ ਦੇਖਿਆ ਤਾਂ 220 ਤੋਂ ਕਰੀਬ ਜਿਹੜੀਆਂ ਹੈਗੀਆਂ ਐਥਨੀਸਿਟੀ ਕੈਨੇਡਾ ਦੇ ਵਿੱਚ ਨੇ। ਇਸ ਜਦੋਂ ਬਾਕੀ ਲੋਕ ਸਾਰੇ ਆਏ ਤਾਂ ਸਿਟੀਜ਼ਨਸ਼ਿਪ ਦੀ ਜਿਹੜੀ ਮਹੱਤਵਤਾ ਹੈ ਉਹਨੂੰ ਰੀਇਨਫੋਰਸ ਕਰਨ ਵਾਸਤੇ ਇਹ ਚੇਂਜਿਸ ਜਿਹੜੀਆਂ ਇੰਟਰੋਡਿਊਸ ਕੀਤੀਆਂ ਗਈਆਂ, ਜਿਹੜਾ ਉਮੀਦ ਹੈ ਕਿ ਕੈਨੇਡਾ ਦਾ ਬਿੱਲ ਬਣ ਜੂਗਾ ਬਾਏ ਦਾ ਐਂਡ ਆਫ ਦਾ ਈਅਰ। ਜੇ ਆਪਾਂ ਚੇਂਜਿਸ ਦੀ ਗੱਲ ਕਰੀਏ ਤਾਂ ਚੇਂਜਿਸ ਦੇ ਸਾਰਿਆਂ ਤੋਂ ਪਹਿਲਾਂ ਤਾਂ ਰੈਜ਼ੀਡੈਂਸੀ ਰਿਕੁਆਇਰਮੈਂਟ ਦੀ ਗੱਲ ਕੀਤੀ ਗਈ ਹੈ, ਜਿਹੜੀ ਪਹਿਲਾਂ ਜੋ ਅੱਜ ਦੀ ਤਾਰੀਖ ਦੇ ਵਿੱਚ ਜਿਹੜੀ ਹੈ ਜ਼ਰੂਰਤ, ਉਹ 4 ਸਾਲ ਦੇ ਵਿੱਚ, ਕਿਸੇ ਵੀ 4 ਸਾਲ ਦੇ ਵਿੱਚ 3 ਸਾਲ ਤੱਕ ਇੱਥੇ ਕੈਨੇਡਾ ਦੇ ਵਿੱਚ ਰਹਿਣਾ ਜ਼ਰੂਰੀ ਹੈ, ਜਿਹਦਾ ਮਤਲਬ 1095 ਦਿਨ 1095 ਡੇਜ਼ ਮਿਨੀਮਮ। ਉਹ ਚੇਂਜ ਕਰਕੇ ਹੁਣ ਚੇਂਜ ਨਵੀਂ ਕੀਤੀ ਹੈ ਕਿ 6 ਸਾਲ ਦੇ, ਕਿਸੇ ਵੀ 6 ਸਾਲ ਦੇ ਪੀਰੀਅਡ ਦੇ ਵਿੱਚ 4 ਸਾਲ ਤੱਕ ਕੈਨੇਡਾ ਵਿੱਚ ਰਹਿਣਾ ਜ਼ਰੂਰੀ ਹੈ। ਔਰ ਕਿਉਂਕਿ ਐਟ ਦਾ ਸੇਮ ਟਾਈਮ ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਜਿਹੜੇ ਪਬਲਿਕ ਆਫਿਸਰਸ ਨੇ, ਫਾਰ ਐਗਜ਼ਾਮਪਲ ਐਮਬੈਸੀ 'ਚ ਕੰਮ ਕਰਦੇ ਨੇ ਜਾਂ ਕਰਾਊਨ ਕਾਰਪੋਰੇਸ਼ਨਸ ਦੇ ਵਿੱਚ ਕੰਮ ਕਰਦੇ ਨੇ, ਜਾਂ ਫਿਰ ਕੁਝ ਬਿਜ਼ਨਸ ਕਮਿਊਨਿਟੀ ਦੇ ਵਿੱਚ ਜਿਨ੍ਹਾਂ ਨੂੰ ਆਪਣੇ ਪ੍ਰੋਫੈਸ਼ਨ ਦੇ ਕਾਰਨ, ਆਪਣੇ ਬਿਜ਼ਨਸ ਦੇ ਕਾਰਨ ਬਾਹਰ ਜਾਣਾ ਪੈਂਦਾ ਹੈ। ਸੋ ਉਸ ਕਰਕੇ ਇਸ ਨਾਲ ਰੱਖਿਆ ਕਿ ਉਹ 4 ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਮਿਨੀਮਮ 183 ਡੇਜ਼ 183 ਦਿਨ ਘੱਟ ਤੋਂ ਘੱਟ ਰਹਿਣਾ ਹਰੇਕ ਸਾਲ ਕੈਨੇਡਾ ਦੇ ਵਿੱਚ ਜ਼ਰੂਰੀ ਹੈ। ਅਸ਼ੋਕ ਸਾਹਿਬ, ਜਿਹੜਾ ਇਹ ਨਾਗਰਿਕਤਾ ਦਾ ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਦਾ ਬਿੱਲ ਪੇਸ਼ ਕਰਕੇ ਚੇਂਜਸ ਕਰਨੀਆਂ ਪਈਆਂ ਨੇ, ਚੇਂਜਸ ਕਰਨ ਦੀ ਲੋੜ ਕਿਉਂ ਪਈ? ਅਤੇ ਇਹ ਵੀ ਅਸੀਂ ਜਾਣਨਾ ਚਾਹਾਂਗੇ ਕਿ ਹੁਣ ਤੱਕ ਕੋਈ ਸਿਟੀਜ਼ਨਸ਼ਿਪ ਦੇ ਫਰਾਡ ਹੋਏ ਨੇ ਜਾਂ PR ਦੇ ਵਿੱਚ ਫਰਾਡ ਹੋਏ ਨੇ, ਉਹਦੇ ਬਾਰੇ ਜਾਣਕਾਰੀ ਦਿਓ। ਬਿਲਕੁਲ ਸੰਧੂ ਸਾਹਿਬ, ਬੜਾ ਹੀ ਅੱਛਾ ਸਵਾਲ ਕੀਤਾ ਤੁਸੀਂ, ਕਿਉਂਕਿ ਸਾਡੇ ਕੈਨੇਡਾ ਦੇ ਵਿੱਚ ਅੱਜ 3000 ਦੇ ਕਰੀਬ, ਜਿਹੜੀਆਂ 3000 ਤੋਂ ਜ਼ਿਆਦਾ ਹੀ ਮੈਂ ਕਹੂੰਗਾ ਇਨਵੈਸਟੀਗੇਸ਼ਨ ਚੱਲ ਰਹੀਆਂ ਸਿਟੀਜ਼ਨਸ਼ਿਪ ਫਰਾਡ ਦੀਆਂ। ਔਰ ਉਹਨਾਂ ਦੇ ਵਿੱਚੋਂ ਸਵਾਦ ਦੀ ਗੱਲ ਹੈ ਕਿ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਈਆਂ, ਇਨੀਸ਼ੀਏਟ ਹੋਈਆਂ, ਤਾਂ 1000 ਦੇ ਕਰੀਬ ਉਹ ਸਿਟੀਜ਼ਨਸ ਨੇ ਆਪਣੀ ਸਿਟੀਜ਼ਨਸ਼ਿਪ ਸਰੈਂਡਰ ਕਰਤੀ। ਔਰ ਨਾਲ ਹੀ ਨਾਲ ਜਿਹੜੀ 5000 ਦੇ ਕਰੀਬ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਬਣੇ ਨੇ ਕੈਨੇਡਾ ਦੇ ਵਿੱਚ, ਉਹਨਾਂ ਦੀ ਵੀ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ। ਕਿਉਂਕਿ ਕੈਨੇਡਾ ਦੇ ਵਿੱਚ ਪਹਿਲਾਂ ਜੇ ਫਾਰ ਐਗਜ਼ਾਮਪਲ ਸਾਡੇ ਕੋਲ ਐਗਜ਼ਿਟ ਐਂਡ ਐਂਟਰੀ ਦਾ ਸਿਸਟਮ ਨਹੀਂ ਸੀ ਕਿ ਸਟੈਂਪ, ਜਿਵੇਂ ਹੋਰ ਕੰਟਰੀਜ਼ ਦੇ ਵਿੱਚ ਸਟੈਂਪ ਲੱਗਦੀ ਹੈਗੀ ਕਿ ਜਦੋਂ ਅਸੀਂ ਕੰਟਰੀ ਛੱਡ ਕੇ ਬਾਹਰ ਟਰੈਵਲ ਕਰਨ ਜਾਂਦੇ ਹਾਂ, ਉਹ ਸਿਸਟਮ ਵੀ ਇੰਟਰੋਡਿਊਸ ਕੀਤਾ ਜਾਏਗਾ ਜਦੋਂ ਇਹ ਸਾਡਾ ਬਿੱਲ ਆਪਣਾ ਲਾਅ ਬਣ ਜਾਏਗਾ। ਐਸ਼ਵਰ ਸਾਹਿਬ, ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕੀ ਸਿਟੀਜ਼ਨਸ਼ਿਪ ਲੈ ਰਹੇ ਨੇ। ਇਹ ਨਵਾਂ ਲਾਅ ਜੋ ਤੁਸੀਂ ਚੇਂਜ ਕਰ ਰਹੇ ਹੋ, ਇਹਦੇ ਨਾਲ ਲੋਕਾਂ ਨੂੰ ਲਾਭ ਕੀ ਪਹੁੰਚੇਗਾ? ਇਹਦੇ ਵਿੱਚ ਸੰਧੂ ਸਾਹਿਬ ਰੈਜ਼ੀਡੈਂਸੀ ਹੈ, ਜਿਹੜੀ ਇੱਥੋਂ ਦੀ ਰਿਹਾਇਸ਼ ਹੈ, ਉਹਦੀ ਡਿਫਾਈਨ ਕੀਤਾ ਜਾਊਗਾ ਕਿ ਰੈਜ਼ੀਡੈਂਸੀ ਕੀ ਹੈ। ਜਿਸ ਤਰ੍ਹਾਂ ਮੈਂ ਕਿਹਾਗਾ ਕਿ 183 ਦਿਨ ਕੈਨੇਡਾ ਦੇ ਵਿੱਚ ਫਿਜ਼ੀਕਲੀ ਰਹਿਣਾ ਜ਼ਰੂਰੀ ਹੈ 1 ਸਾਲ ਦੇ ਵਿੱਚ। ਦੂਸਰਾ ਜਿਹੜਾ ਬੈਨੀਫਿਟ ਹੋਏਗਾ ਕਿ ਸਾਡੇ ਕੋਲ ਅੱਜ ਜੋ ਬੈਕਲੌਗ ਹੈ, ਇਹਦੇ ਵਿੱਚ 3 ਸਾਲ ਦੇ ਕਰੀਬ ਸਿਟੀਜ਼ਨਸ਼ਿਪ ਨੂੰ ਪ੍ਰੋਸੈਸ ਕਰਨ ਲਈ ਲੱਗਦਾ ਹੈ, ਜਿਹੜਾ ਅਸੀਂ ਇਹ ਸਮਝਦੇ ਹਾਂ ਕਿ 2015-2016 ਤੱਕ ਅਸੀਂ ਇਹਨੂੰ 80% ਸਾਡਾ ਬੈਕਲੌਗ ਖਤਮ ਕਰ ਦਾਂਗੇ। ਔਰ ਉਸ ਤੋਂ ਬਾਅਦ ਵਿਦਿਨ 1 ਈਅਰ ਸਿਟੀਜ਼ਨਸ਼ਿਪ ਜਿਹੜੀ ਹੈਗੀ ਉਹ ਪ੍ਰੋਸੈਸ ਹੋ ਕੇ ਸਿਟੀਜ਼ਨਸ਼ਿਪ ਮਿਲ ਜਾਇਆ ਕਰੇਗੀ ਜਿਹੜੇ ਵੀ ਐਪਲੀਕੈਂਟ ਹੋਣਗੇ। ਔਰ ਨਾਲ ਦੀ ਨਾਲ ਕੀ ਹੈਗਾ, ਕਿਉਂਕਿ ਕੈਨੇਡਾ ਆਈ ਵੁੱਡ ਸੇ ਦਿਸ ਇਜ਼ ਦ ਬੈਸਟ ਕੰਟਰੀ ਇਨ ਦ ਵਰਲਡ, ਅਤੇ ਇਹਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਜਿਸ ਨੂੰ ਕੈਨੇਡਾ ਦੇ ਨਾਲ ਲਗਾਵ ਹੈ, ਕੈਨੇਡਾ ਦੇ ਵਿੱਚ ਰਿਜ਼ਾਈਡ ਕਰਨ ਦਾ, ਰਹਿਣ ਦਾ ਜਿਹਦਾ ਮੰਤਵ ਹੈ, ਜਿਹੜਾ ਕੈਨੇਡੀਅਨ ਸੁਸਾਇਟੀ ਦੇ ਵਿੱਚ ਪਾਰਟੀਸਪੇਟ ਕਰਨ ਲਈ ਐਕਟਿਵਲੀ ਤਿਆਰ ਨੇ, ਉਹਨਾਂ ਨੂੰ ਹੀ ਸਿਟੀਜ਼ਨਸ਼ਿਪ ਬਣਨਾ ਚਾਹੀਦਾ, ਨਾ ਕਿ ਉਹਨਾਂ ਸਿਟੀਜ਼ਨਸ਼ਿਪ ਨੂੰ ਇੱਕ ਕਨਵੀਨੀਅੰਸ ਕਰਕੇ। ਕਿਉਂਕਿ ਸਾਨੂੰ ਪਤਾ ਹੈਗਾ ਵੀ ਦੁਨੀਆ ਦੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਮੁਲਕ ਨੇ, ਉਹਨਾਂ ਦੇ ਵਿੱਚ ਕੈਨੇਡੀਅਨ ਜਿਹੜਾ ਪਾਸਪੋਰਟ ਹੈ ਸਾਡਾ, ਇਹਨੂੰ ਹਾਈਲੀ ਰਿਸਪੈਕਟੇਬਲ ਮੈਨਰ ਦੇ ਵਿੱਚ ਦੇਖਿਆ ਜਾਂਦਾ। ਸੋ ਅਸੀਂ ਨਹੀਂ ਚਾਹੁੰਦੇ ਕਿ ਕੈਨੇਡੀਅਨ ਪਾਸਪੋਰਟ ਨੂੰ ਜਿਹੜਾ ਅਬਿਊਜ਼ ਕੀਤਾ ਜਾਵੇ, ਔਰ ਨਾ ਐਟ ਦ ਸੇਮ ਟਾਈਮ ਜਿਹੜੇ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਦੀ ਜਿਹੜੀ ਰਿਸਪੈਕਟ ਹੈ ਉਹ ਬਰਕਰਾਰ ਰਹੇ। ਅਤੇ ਇੱਕ ਹੋਰ ਜਿਹੜੀ ਸੰਧੂ ਸਾਹਿਬ ਚੇਂਜ ਇਹਦੇ ਵਿੱਚ ਆਈ ਹੈ ਉਹ ਇਹ ਹੈ ਕਿ
ਜਿਹੜੇ ਸਾਡੇ ਕਨਵਿਕਟਡ ਟੈਰਰਿਸਟ ਹੋਣਗੇ ਕੈਨੇਡੀਅਨ ਪਾਸਪੋਰਟ ਹੋਲਡਰ, ਜਿਹੜੇ ਸਪੈਸੀਫਿਕਲੀ ਜਿਹੜੇ ਡਿਊਲ ਸਿਟੀਜ਼ਨਸ਼ਿਪ ਰੱਖਦੇ ਨੇ, ਜਿਹੜੇ ਉਹਨਾਂ ਦੀ ਜਿਹੜੀ ਜੇ ਉਹ ਕਨਵਿਕਟ ਹੁੰਦੇ ਆ ਟੈਰਰਿਜ਼ਮ ਦੇ, ਜਾਂ ਉਹ ਸਾਡੀ ਜਿਹੜੀ ਆਰਮਡ ਫੋਰਸਿਸ ਨੇ ਉਹਨਾਂ ਦੇ ਅਗੇਂਸਟ ਉਹ ਕਿਸੇ ਹੋਰ ਆਰਮਡ ਫੋਰਸ ਦੇ ਵਿੱਚ ਰਲ ਕੇ ਉਹਨਾਂ ਨੂੰ ਅਟੈਕ ਕਰਦੇ ਨੇ, ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਵੀ ਸਟ੍ਰਿਪ ਕੀਤੀ ਜਾਏਗੀ। ਕੈਨੇਡਾ ਸਰਕਾਰ ਨੇ ਜੋ ਸਿਟੀਜ਼ਨਸ਼ਿਪ ਦੇ ਐਕਟ ਦੇ ਵਿੱਚ ਨਵੀਆਂ ਚੇਂਜਸ ਕਰਕੇ ਲੋਕਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਆ ਅਤੇ ਜੋ ਸਿਟੀਜ਼ਨਸ਼ਿਪ ਅਤੇ PR ਦੇ ਵਿੱਚ ਫਰਾਡ ਹੋ ਰਹੇ ਨੇ ਉਹਨਾਂ ਨੂੰ ਖਤਮ ਕਰਨ ਲਈ ਇਹ ਬਿੱਲ ਪੇਸ਼ ਕੀਤਾ ਗਿਆ। ਅਸੀਂ ਆਸ ਕਰਦੇ ਹਾਂ ਕਿ ਇਸ ਬਿੱਲ ਦੇ ਨਾਲ ਬਹੁਤ ਸਾਰੇ ਲੋਕੀ ਲਾਭ ਲੈ ਸਕਣਗੇ। ਜੋ ਸਹੀ ਲੋਕ ਇੱਥੇ ਰਹਿਣਾ ਚਾਹੁੰਦੇ ਨੇ ਉਹ ਸਿਟੀਜ਼ਨਸ਼ਿਪ ਲੈ ਕੇ ਇੱਥੋਂ ਦੇ ਵਸਨੀਕ ਬਣ ਸਕਣਗੇ। ਗੁਰਪ੍ਰੀਤ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ, ਕੈਲਗਰੀ। ਓਨਟਾਰੀਓ ਦੇ ਇਮੀਗ੍ਰੇਸ਼ਨ ਐਕਟ ਵਿੱਚ ਸੋਧਾ ਕਰ ਲੈਜਿਸਲੇਸ਼ਨ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਪ੍ਰਸਤਾਵ ਵੀ ਰੱਖਿਆ ਗਿਆ ਹੈ ਕਿ ਓਨਟਾਰੀਓ ਸਰਕਾਰ ਓਨਟਾਰੀਓ ਵਿੱਚ ਇਮੀਗ੍ਰੈਂਟਸ ਦੀ ਚੋਣ ਲਈ ਫੈਡਰਲ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ। ਇਹਨਾਂ ਹੀ ਬਦਲਾਵਾਂ ਬਾਰੇ ਓਨਟਾਰੀਓ ਦੇ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਮਿਨਿਸਟਰ ਮਾਈਕਲ ਕੋਟਿਓ ਨੇ ਮੀਡੀਆ ਨਾਲ ਕੀਤੀ ਖਾਸ ਗੱਲਬਾਤ। ਓਨਟਾਰੀਓ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮਿਨਿਸਟਰ ਮਾਈਕਲ ਕੋਟੋ ਵੱਲੋਂ ਓਨਟਾਰੀਓ ਇਮੀਗ੍ਰੇਸ਼ਨ ਐਕਟ ਨੂੰ ਲੈਜਿਸਲੇਸ਼ਨ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਐਕਟ ਅਨੁਸਾਰ ਓਨਟਾਰੀਓ ਵਿੱਚ ਇਮੀਗ੍ਰੈਂਟਸ ਦੀ ਚੋਣ ਸੂਬੇ ਦੀ ਲੇਬਰ ਮਾਰਕੀਟ ਅਨੁਸਾਰ ਕੀਤੀ ਜਾਵੇਗੀ। If you look at the past, we used to attract 60% of all newcomers into Ontario. We're at 38% now. And the skilled immigrant level has dropped from roughly 70% to below 50%. We need to continue to put in tools to say to the province and to say to the country we're serious about making sure we continue to compete and attract the right type of people to our province. ਜ਼ਿਕਰਯੋਗ ਹੈ ਕਿ ਓਨਟਾਰੀਓ ਵਿੱਚ ਕੈਨੇਡਾ ਦੇ ਬਾਕੀ ਸੂਬਿਆਂ ਮੁਕਾਬਲੇ ਸਭ ਤੋਂ ਜ਼ਿਆਦਾ ਇਮੀਗ੍ਰੈਂਟਸ ਲੈਂਡ ਕਰਦੇ ਹਨ। ਇੱਥੇ 30% ਤੋਂ ਵੀ ਉੱਪਰ ਇਮੀਗ੍ਰੈਂਟਸ ਲੇਬਰ ਦਾ ਕੰਮ ਕਰਦੇ ਹਨ। ਇਸ ਨਵੇਂ ਐਕਟ ਅਨੁਸਾਰ ਓਨਟਾਰੀਓ ਵਿੱਚ ਸਕਿਲਡ ਇਮੀਗ੍ਰੈਂਟਸ ਨੂੰ ਲਿਆਂਦਾ ਜਾਵੇਗਾ। We also realize that the growth that's taking place in this province is so rapid, 2.5 million more jobs in the next 10 years, and a lot of the growth in the economy is going to require skilled positions, and our newcomers will be able to fill many of those. This is about positioning Ontario for success and tapping into all of our resources, and newcomers play a huge role in that piece. Having access to the skilled work that can come from abroad and some of the diversity and the diverse skills that are brought from other countries are going to have a huge impact on our recruitment and us moving our business forward in a positive way. ਇਸ ਦੇ ਨਾਲ ਹੀ ਓਨਟਾਰੀਓ ਇਮੀਗ੍ਰੇਸ਼ਨ ਐਕਟ ਵਿੱਚ ਇਮੀਗ੍ਰੇਸ਼ਨ ਲੈਂਡ ਖਾਤਰ ਹੇਰਾਫੇਰੀ ਕਰ ਰਹੇ ਲੋਕਾਂ ਨੂੰ ਕੈਨੇਡਾ ਵਿੱਚ ਨਾ ਦਾਖਲ ਕਰਨ ਦਾ ਵੀ ਪ੍ਰਸਤਾਵ ਹੈ। ਓਨਟਾਰੀਓ ਦਾ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਵਿਭਾਗ ਫੈਡਰਲ ਸਰਕਾਰ ਨਾਲ ਮਿਲ ਕੇ ਇਮੀਗ੍ਰੈਂਟਸ ਦੀ ਸਿਲੈਕਸ਼ਨ ਅਤੇ ਰਿਕਰੂਟਮੈਂਟ ਲਈ ਕੰਮ ਕਰਨਾ ਚਾਹੁੰਦਾ ਹੈ। ਉਹਨਾਂ ਨਾਲ ਹੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੀਆਂ 1300 ਐਪਲੀਕੇਸ਼ਨਸ ਨੂੰ 5000 ਕਰਨ ਦਾ ਵੀ ਪ੍ਰਸਤਾਵ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਗਲੇ 25 ਸਾਲਾਂ ਦੌਰਾਨ ਓਨਟਾਰੀਓ ਦੀ ਵਰਕਿੰਗ ਏਜ ਪੋਪੂਲੇਸ਼ਨ ਵਿੱਚ ਇਮੀਗ੍ਰੈਂਟਸ ਦੀ ਤਾਦਾਦ ਸਭ ਤੋਂ ਜ਼ਿਆਦਾ ਹੋਵੇਗੀ। ਓਨਟਾਰੀਓ ਦੀ ਮਿਨਿਸਟਰੀ ਆਫ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਇਸ ਸਮੇਂ ਓਨਟਾਰੀਓ ਵਿੱਚ ਨੌਕਰੀਆਂ ਤੇ ਹਨ, ਪਰ ਇਹਨਾਂ ਨੌਕਰੀਆਂ ਲਈ ਸਕਿੱਲ ਲੇਬਰ ਦੀ ਘਾਟ ਹੈ ਅਤੇ ਇਸ ਲਈ ਇਸ ਲੈਜਿਸਲੇਸ਼ਨ ਨੂੰ ਲਿਆਂਦਾ ਗਿਆ ਹੈ ਤਾਂ ਕਿ ਇਸ ਕਮੀ ਨੂੰ ਪੂਰਾ ਕੀਤਾ ਜਾ ਸਕੇ। ਕੈਮਰਾਮੈਨ ਵੀਰੇਂਦਰ ਮਥਾਨ ਦੇ ਨਾਲ ਹਰਨੀਹਾ ਗੁਲਾਟੀ, PTC ਨਿਊਜ਼, ਟੋਰਾਂਟੋ, ਕੈਨੇਡਾ। ਬੀਤੇ ਦਿਨੀ ਬ੍ਰਿਟਿਸ਼ ਕੋਲੰਬੀਆ ਦਾ ਬਜਟ ਪੇਸ਼ ਕੀਤਾ ਗਿਆ। ਇਸੇ ਬਜਟ ਸੰਬੰਧੀ ਜਾਣਕਾਰੀ ਦੇਣ ਲਈ MP ਅਮਰੀਕ ਵਿਰਕ ਨੇ ਮੀਡੀਆ ਨਾਲ ਖਾਸ ਗੱਲਬਾਤ ਕੀਤੀ ਅਤੇ ਇਸ ਬਜਟ ਨੂੰ ਬੈਲੈਂਸ ਬਜਟ ਕਰਾਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ ਸਰਕਾਰ LPG ਪ੍ਰੋਡਿਊਸ ਕਰ ਕਈ ਜੌਬਸ ਕ੍ਰੀਏਟ ਕਰਨ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਐਡਵਾਂਸ ਐਜੂਕੇਸ਼ਨ ਮਿਨਿਸਟਰ ਮਾਨਯੋਗ ਅਮਰੀਕ ਵਿਰਕ ਉਹਨਾਂ ਨੇ ਪੰਜਾਬੀ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਸ ਦੇ ਨਾਲ ਉਹਨਾਂ ਨੇ ਬੈਲੈਂਸ ਬਜਟ ਬਾਰੇ ਵੀ ਗੱਲਬਾਤ ਕੀਤੀ। ਦੇਖੋ, ਸਾਰੇ ਕੈਨੇਡਾ ਦੇ ਵਿੱਚ ਅਸੀਂ ਪਹਿਲਾ ਸੂਬਾ ਹੈਗਾ ਜਿਹੜੇ ਸੈਕੰਡ ਈਅਰ ਇਨ ਅ ਰੋ ਅਸੀਂ ਬਜਟ ਆਪਣੀ ਬੈਲੈਂਸ ਕੀਤੀ। ਜਿੰਨਾ ਪੈਸਾ ਸਾਡਾ ਖਜ਼ਾਨਾ 'ਚ ਆ ਰਿਹਾ ਅਸੀਂ ਉਹ ਤੋਂ ਘੱਟ ਖਰਚ ਰਹੇ ਆ। ਸੋ ਇੱਕ ਹੋਰ ਸ਼ਾਇਦ ਸੂਬਾ ਸਿਰਫ ਇਹ ਕਹਿ ਸਕਦਾ। ਸੋ ਸਾਡਾ ਇਹ ਮਤਲਬ ਹੈਗਾ ਜਿਹੜਾ ਪੈਸਾ ਗਵਰਨਮੈਂਟ ਕੋਲ ਆਉਂਦਾ ਆ ਅਸੀਂ ਜਿਹੜਾ ਇੱਕ ਡਾਲਰ ਪਬਲਿਕ ਦਾ ਆਉਂਦਾ ਉਹਨੂੰ ਸੋਚ ਸਮਝ ਕੇ ਪ੍ਰੋਪਰ ਤਰੀਕੇ ਨਾਲ ਵਰਤੀਏ। ਸੋ ਜਿਹੜੀ ਬੈਲੈਂਸ ਬਜਟ ਜਿਹੜੀ ਸਾਰੀ ਫਾਈਨੈਂਸ਼ੀਅਲ ਮਾਰਕੀਟਸ ਅਕ੍ਰੋਸ ਦਾ ਵਰਲਡ ਉਹ ਦੇਖ ਰਹੇ ਕਿਹੜੀ ਪ੍ਰੋਵਿੰਸ ਕਿਹੜੀ ਸਟੇਟ ਕਿਹੜੀ ਕੰਟਰੀ ਦੇ ਵਿੱਚ ਖਰਚ ਸਹੀ ਤਰ੍ਹਾਂ ਹੋ ਰਹੇ ਆ। ਸੋ BC ਇਜ਼ ਵਨ ਆਫ ਦੋਜ਼। ਸੋ ਜਿਹੜੀ ਇਨਵੈਸਟਮੈਂਟ ਮਾਰਕੀਟਸ ਦੇ ਆਰ ਲੁਕਿੰਗ ਫॉर ਸੇਫ ਇਨਵੈਸਟਮੈਂਟਸ। ਸੋ ਸੇਫ ਇਨਵੈਸਟਮੈਂਟਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ। ਮੀਡੀਆ ਵੱਲੋਂ ਉਹਨਾਂ ਕੋਲੋਂ LNG ਦੇ ਉੱਪਰ ਕਾਫੀ
ਕਾਫੀ ਸਵਾਲ ਪੁੱਛੇ ਗਏ ਅਤੇ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਉਹ ਏਸ਼ੀਆ ਦੇ ਵਿੱਚ ਕਿਸ ਕੰਟਰੀ ਦੇ ਨਾਲ ਬਿਜ਼ਨਸ ਕਰਨ ਬਾਰੇ ਸੋਚਦੇ ਹਨ। ਜਿਹੜੀ ਮਾਰਕੀਟਸ ਹੈਗੀ ਜਿੱਥੇ LNG ਬਰਥ ਹੋ ਰਹੀ ਹੈ, ਜਾਪਾਨ ਜੇ ਤੁਹਾਨੂੰ ਯਾਦ ਪਚਾਲ ਆਇਆ ਸੀ ਐਟੋਮਿਕ ਐਨਰਜੀ ਦੇ ਵਿੱਚ, ਉਹ ਵੀ LNG ਸਾਰੇ ਵੇਖ ਰਹੇ। ਚਾਈਨਾ 'ਚ ਅਲੱਗ-ਅਲੱਗ, ਕੋਰੀਆ 'ਚ ਅਲੱਗ-ਅਲੱਗ, ਅਤੇ ਜਸਟ 2 ਵੀਕਸ ਅਗੋ ਸਾਡਾ ਆਪਣਾ ਇੱਥੇ ਵਾਈਸ ਕਾਊਂਸਲ ਫਰਮ ਇੰਡੀਆ ਵੀ ਕਹਿ ਰਿਹਾ ਸੀ ਹੋਪਫੁਲੀ ਸਾਡੇ ਇੰਡੀਆ 'ਚ ਵੀ ਉਹ ਪਹੁੰਚੇਗੀ। ਸੋ ਜਿਹੜੀ ਵੀ ਕੋਈ ਕੰਟਰੀ ਸਾਡੇ ਕੋਲ ਪਹੁੰਚੇਗੀ ਜਿਨ੍ਹਾਂ ਕੋਲ ਮਾਰਕੀਟ ਹੋਵੇ, ਜਿਨ੍ਹਾਂ ਕੋਲ ਫੈਸਿਲਿਟੀਜ਼ ਹੋਵੇ ਸਾਡੇ ਟੈਂਕਰਸ ਆਉਣ ਲਈ, ਸੋ ਅਸੀਂ ਵੀ ਆਰ ਰੈਡੀ ਐਂਡ ਵਿਲਿੰਗ ਟੂ ਸੈਲ ਜਿਹੜਾ ਵੀ ਸਾਡੇ ਕੋਲ ਬਾਇਰਸ ਆਵੇ। ਮਿਨਿਸਟਰ ਦੇ ਅਨੁਸਾਰ BC ਦੇ ਵਿੱਚ ਆਉਂਦੇ 3 ਸਾਲਾਂ ਦੇ ਵਿੱਚ ਪੂਰੀ ਖੁਸ਼ਹਾਲੀ ਰਹੇਗੀ ਅਤੇ LNG ਉਹਨਾਂ ਨੂੰ ਮੌਕਾ ਦੇਗੀ ਕਿ ਉਹ ਏਸ਼ੀਆ ਦੇ ਵਿੱਚ ਇੰਡੀਆ, ਚਾਈਨਾ ਵਰਗੀਆਂ ਕੰਟਰੀਆਂ ਦੇ ਨਾਲ ਬਿਜ਼ਨਸ ਕਰ ਸਕਣ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅੰਮ੍ਰਿਤਸਰ, PTC ਨਿਊਜ਼, ਸਰੀ, ਕੈਨੇਡਾ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡਾ ਇਹ ਸਫ਼ਰ ਜਾਰੀ ਰਹੇਗਾ। ਤੁਸੀਂ ਬਣੇ ਰਹੋ NRI ਵਰਡ ਦੇ ਨਾਲ। ਐਡਮਿੰਟਨ ਵਿਖੇ ਵੱਖ-ਵੱਖ ਉਪਰਾਲੇ ਕਰਨ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਸਾਂਝ ਪੈਦਾ ਕਰਨ ਲਈ ਕਾਉਂਸਲਰ ਅਮਰਜੀਤ ਸੋਹੀ ਨੂੰ ਇੰਟਰਫੇਥ ਸੰਸਥਾ ਵੱਲੋਂ ਇੰਟਰਫੇਥ ਐਜੂਕੇਸ਼ਨ ਐਂਡ ਐਕਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਮਰਜੀਤ ਸੋਹੀ ਪਹਿਲੇ ਸਾਊਥ ਏਸ਼ੀਅਨ ਨੇ ਜਿਨ੍ਹਾਂ ਨੂੰ ਇਸ ਸਨਮਾਨ ਨਾਲ ਨਵਾਜ਼ਿਆ ਗਿਆ ਹੈ। ਪੰਜਾਬ ਤੋਂ, ਭਾਰਤ ਤੋਂ ਜਾਂ ਵੱਖ-ਵੱਖ ਦੇਸ਼ਾਂ ਤੋਂ ਕੈਨੇਡਾ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨਾ, ਇੱਥੋਂ ਦੇ ਸਿਸਟਮ ਦੇ ਵਿੱਚ, ਸਿਆਸਤ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਇਲੈਕਟ ਕਰਨਾ ਅਤੇ ਬਹੁਤ ਵੱਡੀਆਂ ਪ੍ਰਾਪਤੀਆਂ ਕਰਨੀਆਂ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਬਹੁਭਾਸ਼ਾਈ ਦੇਸ਼ ਹੈ ਜਿੱਥੇ ਹਰ ਦੇਸ਼ਾਂ ਤੋਂ ਲੋਕ ਆ ਕੇ ਆਪਣਾ ਕਾਰੋਬਾਰ ਕਰਦੇ ਨੇ, ਨਾਲ ਦੀ ਨਾਲ ਸਿਆਸਤ ਵਿੱਚ ਸ਼ਾਮਲ ਹੋਏ ਨੇ। ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਜੰਮਪਲ ਅਮਰਜੀਤ ਸੋਹੀ ਅਲਬਰਟਾ ਦੇ ਪਹਿਲੇ ਕੌਂਸਲਰ ਚੁਣੇ ਗਏ। ਕੌਂਸਲਰ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ, ਜਿਨ੍ਹਾਂ ਨੂੰ ਇੰਟਰਫੇਥ ਸੈਂਟਰ ਵੱਲੋਂ ਇੰਟਰਫੇਥ ਐਡਵੋਕੇਸੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਵੀ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਇਹ ਪਹਿਲੇ ਸਾਊਥ ਏਸ਼ੀਅਨ ਨੇ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ। ਸੋਹੀ ਸਾਹਿਬ, ਇਸ ਅਵਾਰਡ ਲਈ ਤੁਹਾਨੂੰ ਬਹੁਤ ਮੁਬਾਰਕਾਂ। ਅਸੀਂ ਜਾਣਨਾ ਚਾਹਾਂਗੇ ਕਿ ਇਹ ਅਵਾਰਡ ਤੁਹਾਨੂੰ ਕਿੰਨਾ ਸੇਵਾਵਾਂ 'ਤੇ ਕਰਕੇ ਮਿਲਿਆ। ਗੁਰਪਲਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇਹ ਸਮਝਦਾ ਕਿ ਇਹ ਅਵਾਰਡ ਮੇਰੇ ਇਕੱਲੇ ਵਾਸਤੇ ਨਹੀਂ ਹੈ। ਇਹ ਅਵਾਰਡ ਜੋ ਅਸੀਂ ਸਾਂਝੇ ਤੌਰ 'ਤੇ ਐਡਮਿੰਟਨ ਦੇ ਵਿੱਚ ਰਹਿੰਦੇ ਹੋਏ ਐਡਮਿੰਟਨ ਨੂੰ ਇੱਕ ਵਧੀਆ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਕਾਰਨਾਂ ਕਰਕੇ ਮੈਨੂੰ ਇਹ ਅਵਾਰਡ ਮਿਲਿਆ। ਤੁਸੀਂ ਕਹਿ ਰਹੇ ਸੀ, ਮੈਂ 2007 ਦੇ ਵਿੱਚ ਪਹਿਲੀ ਵਾਰ ਕੌਂਸਲ ਦੇ ਵਿੱਚ ਇਲੈਕਟ ਹੋ ਕੇ ਆਇਆ ਸੀਗਾ ਅਤੇ 2007 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਰਿਸਪੋਂਸੀਬਿਲਿਟੀਜ਼ ਮੈਨੂੰ ਕੌਂਸਲ ਨੇ ਦਿੱਤੀਆਂ ਨੇ ਉਹਦੇ ਵਿੱਚ ਮਲਟੀਕਲਚਰਲਿਜ਼ਮ, ਇਮੀਗ੍ਰੇਸ਼ਨ ਅਤੇ ਐਂਟੀ ਰੇਸਿਜ਼ਮ ਵਰਕ ਜਿਹੜਾ ਸਾਡੀ ਕੌਂਸਲ ਕਰਦੀ ਹੈ ਉਹਨੂੰ ਮੈਂ ਲੀਡ ਕਰਦਾ। ਅਤੇ ਉਹ ਲੀਡ ਕਰਨ ਦੇ ਨਾਲ ਜਿਹੜਾ ਮੇਰਾ ਇੱਕ ਹੋਰ ਮਕਸਦ ਹੈ ਉਹ ਹੈ ਕਿ ਜਿਹੜੇ ਸਾਡੇ ਜਿਵੇਂ ਤੁਸੀਂ ਕਿਹਾ ਸੀ ਕਿ ਕੈਨੇਡਾ ਇੱਕ ਮਲਟੀਕਲਚਰਲ ਕੰਟਰੀ ਹੈ ਅਤੇ ਐਡਮਿੰਟਨ ਦੇ ਵਿੱਚ ਵੀ ਬਹੁਤ ਵੱਖਰੇ ਵੱਖਰੇ ਧਰਮ ਦੇ ਲੋਕ ਅਤੇ ਵੱਖਰੇ ਵੱਖਰੇ ਕਲਚਰ ਦੇ ਲੋਕ ਇੱਥੇ ਰਹਿੰਦੇ ਨੇ। ਅਤੇ ਅਸੀਂ ਜੋ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਇੱਕ ਸਦਭਾਵਨਾ ਉਹਨਾਂ ਕਲਚਰਸ ਦੇ ਵਿੱਚ, ਉਹਨਾਂ ਫੇਥ ਗਰੁੱਪਸ ਦੇ ਵਿੱਚ ਹੋਣੀ ਚਾਹੀਦੀ ਆ, ਉਹਨੂੰ ਵਧਾਉਣ ਵਾਸਤੇ ਅਤੇ ਉਹਨੂੰ ਕੰਟੀਨਿਊ ਰਹਿਣ ਵਾਸਤੇ, ਅਤੇ ਨਾਲ ਹੀ ਨਾਲ ਉਹਨਾਂ ਦੇ ਵਿੱਚ ਇੱਕ ਇੰਟਰਕਲਚਰਲ ਅਤੇ ਇੰਟਰਫੇਥ ਜਿਹੜਾ ਡਾਇਲੋਗ ਹੈ ਉਹਨੂੰ ਇਨੀਸ਼ੀਏਟ ਕਰਨ ਵਾਸਤੇ ਜਿਹੜੇ ਕੰਮ ਅਸੀਂ ਕਰਦੇ ਹਾਂ ਅਤੇ ਮੈਂ ਕਰਦਾ, ਉਹਨਾਂ ਨੂੰ ਰੈਕਗਨਾਈਜ਼ ਕਰਨ ਵਾਸਤੇ ਇੰਟਰਫੇਥ ਸੈਂਟਰ ਫॉर ਐਜੂਕੇਸ਼ਨ ਐਂਡ ਐਕਸ਼ਨ ਵੱਲੋਂ ਜਿਹੜਾ ਐਡਵੋਕੇਸੀ ਅਵਾਰਡ ਹੈ ਉਹ ਮੈਨੂੰ ਦਿੱਤਾ ਗਿਆ। ਅਤੇ ਮੈਂ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਇਸ ਸੰਬੰਧ ਦੇ ਵਿੱਚ। ਪਰ ਮੈਂ ਇਹ ਸਮਝਦਾ ਕਿ ਇਹ ਇੱਕ ਕਲੈਕਟਿਵ ਐਫਰਟ ਹੈ ਸਾਡੀ ਸਾਰਿਆਂ ਦੀ, ਭਾਵੇਂ ਮੈਂ ਉਹਨੂੰ ਲੀਡ ਕਰ ਰਿਹਾ ਅਤੇ ਪਰ ਜਦੋਂ ਅਸੀਂ ਸਹਿਯੋਗ ਦੇ ਨਾਲ ਕਲੈਕਟਿਵਲੀ ਕੰਮ ਕਰਦੇ ਹਾਂ ਅਤੇ ਉਹਦੇ ਨਤੀਜੇ ਜਿਹੜੇ ਵਧੀਆ ਨਿਕਲਦੇ ਆ। ਸੋਹੀ ਸਾਹਿਬ, ਜੋ ਇੱਥੇ ਐਡਮਿੰਟਨ ਦੇ ਵਿੱਚ ਡਰੱਗ ਦੇ ਕੁਛ ਗੈਂਗ ਬਣੇ ਸਨ, ਆਪਸ ਦੇ ਵਿੱਚ ਬੱਚੇ ਲੜਾਈਆਂ ਕਰ ਰਹੇ ਸਨ, ਉਹਨਾਂ ਨੂੰ ਤੁਸੀਂ ਖਤਮ ਕਰਨ ਵਾਸਤੇ, ਰੋਕਣ ਵਾਸਤੇ ਉਪਰਾਲੇ ਕੀਤੇ ਸਨ, ਉਹਦੇ ਬਾਰੇ ਕੁਝ ਜਾਣਕਾਰੀ ਦਿਓ। ਉਹ ਇਸ ਤਰ੍ਹਾਂ ਜੀ 2008 ਦੇ ਵਿੱਚ ਸਾਡੇ ਇੱਥੇ ਆਪਣੇ ਏਰੀਏ ਦੇ ਵਿੱਚ ਕਾਫੀ ਬੱਚਿਆਂ ਦੇ ਵਿੱਚ, ਯੂਥ ਦੇ ਵਿੱਚ ਇੱਕ ਦੂਜੇ ਨਾਲ ਲੜਾਈ ਝਗੜੇ ਹੁੰਦੇ ਸੀ ਅਤੇ ਕੁਝ ਲੈਵਲ ਤੱਕ ਉਹਨਾਂ ਦੀ ਜਿਹੜੀ ਆ ਕੁਝ ਡਰੱਗਸ ਵੀ ਯੂਜ਼ ਕਰਦੇ ਸੀਗੇ। ਪਰ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿਉਂ ਨਾ ਉਹਨਾਂ ਸਾਰਿਆਂ ਨੂੰ ਇਕੱਠੇ ਕੀਤਾ ਜਾਵੇ, ਉਹਨਾਂ ਦੇ ਪਰਿਵਾਰਾਂ ਨੂੰ ਇਕੱਠੇ ਕੀਤੇ, ਮਾਪਿਆਂ ਨੂੰ ਇਕੱਠੇ ਕੀਤਾ ਜਾਵੇ ਅਤੇ ਉਹ ਸਾਰਿਆਂ ਨੂੰ ਅਸੀਂ ਪੁਲਿਸ ਦੇ ਨਾਲ ਮਿਲ ਕੇ ਅਤੇ ਹੋਰ ਜਿਹੜੀਆਂ ਸੋਸ਼ਲ ਸਰਵਿਸਿਜ਼ ਅਵੇਲੇਬਲ ਸੀਗੀਆਂ ਉਹਨਾਂ ਨੂੰ ਕਨੈਕਟ ਕਰਕੇ ਜਿਹੜਾ
3-4 ਮਹੀਨੇ ਅਸੀਂ ਇੱਕ ਦੂਜੇ ਨਾਲ ਜਿਹੜਾ ਮੇਲ ਮਿਲਾਪ ਬਣਾ ਕੇ ਉਹਨਾਂ ਦਾ ਜਿਹੜਾ ਉਹ ਮਸਲਾ ਸੀਗਾ ਉਹਨੂੰ ਹੱਲ ਕੀਤਾ। ਅਤੇ ਅੱਜ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਕਿ ਉਹਨਾਂ ਬੱਚਿਆਂ ਦੇ ਵਿੱਚੋਂ ਕਾਫੀ ਜਿਹੜੇ ਬੱਚੇ ਆ ਬੜੇ ਵਧੀਆ ਕੰਮਾਂ 'ਤੇ ਲੱਗੇ ਹੋਏ ਜਾਂ ਆਪਣੀ ਪੜ੍ਹਾਈ ਕਰ ਰਹੇ ਨੇ, ਅਤੇ ਉਹਨਾਂ ਦੇ ਮਾਪੇ ਇਸ ਗੱਲ ਦੇ ਵਿੱਚ ਬੜੇ ਖੁਸ਼ ਨੇ। ਅਤੇ ਨਾਲ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਇੱਕ ਰੁਝਾਨ ਬਣ ਰਿਹਾ ਸੀ, ਬੜਾ ਗਲਤ ਰੁਝਾਨ ਬਣ ਰਿਹਾ ਸੀਗਾ, ਉਹਨੂੰ ਵੀ ਰੋਕ ਪਈ ਆ। ਜਿਸ ਤਰ੍ਹਾਂ ਤੁਹਾਨੂੰ ਇੰਟਰਫੇਥ ਵੱਲੋਂ ਸਨਮਾਨਿਤ ਕੀਤਾ ਗਿਆ ਬਹੁਤ ਵੱਡੇ ਅਵਾਰਡ ਦੇ ਨਾਲ, ਇਸੇ ਤਰ੍ਹਾਂ ਹੀ ਤੁਸੀਂ ਜੋ ਅਵਾਰਡ ਨੰਬਰ 12 ਤੋਂ ਤੁਸੀਂ ਸਿਲੈਕਟ ਹੋਏ ਹੋ, ਉਸ ਖੇਤਰ ਵਾਸਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ, ਕਈ ਪ੍ਰੋਜੈਕਟ ਲੈ ਕੇ ਆਏ ਹੋ, ਪਰ ਜੋ ਮੇਨ ਪ੍ਰੋਜੈਕਟ ਸਾਡਾ ਉੱਥੇ LRT ਦਾ ਰੁਕਿਆ ਪਿਆ, ਉਹਦੇ ਬਾਰੇ ਥੋੜ੍ਹੀ ਜਾਣਕਾਰੀ ਚਾਹਾਂਗੇ। LRT ਦਾ ਪ੍ਰੋਜੈਕਟ ਰੁਕਿਆ ਨਹੀਂ ਹੋਇਆ ਗੁਰਪ੍ਰਿੰਦਰ ਜੀ, ਐਕਚੁਅਲੀ ਨਾ ਉਹ ਚੱਲ ਰਿਹਾ ਅਤੇ ਉਹਦੀ ਜਿਹੜੀ ਆ ਡਿਜ਼ਾਈਨ ਇੰਜੀਨੀਅਰਿੰਗ ਵਰਕ ਹੋ ਰਿਹਾ, ਅਤੇ ਜਿਹੜੀ ਪ੍ਰੈਪਰੇਸ਼ਨ ਹੈ ਉਹ ਹੋ ਰਹੀ ਹੈ। ਲੈਂਡ ਅਸੀਂ ਪਰਚੇਸ ਕਰ ਲਈ ਹੈ ਉਸ ਵਾਸਤੇ, ਅਤੇ ਜਿਹੜੀਆਂ ਯੂਟਿਲਿਟੀਜ਼ ਨੇ ਉਹਨਾਂ ਨੂੰ ਰੀਲੋਕੇਟ ਕੀਤਾ ਜਾ ਰਿਹਾ, ਅਤੇ ਫੰਡਿੰਗ ਹੈ ਜਿਹੜਾ ਉਹ ਆਲਮੋਸਟ ਜਿਹੜਾ 2/3 ਫੰਡਿੰਗ ਹੈਗਾ ਸਿਕਿਉਰ ਹੋ ਚੁੱਕਿਆ। ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਅਮਰਜੀਤ ਸੋਹੀ ਪਿਛਲੇ ਲੰਮੇ ਸਮੇਂ ਤੋਂ ਭਾਈਚਾਰੇ ਵਾਸਤੇ, ਆਸਟ੍ਰੇਲੀਆ ਆਫ ਬੈਡਮਿੰਟਨ ਵਾਸਤੇ ਅਤੇ ਕੈਨੇਡਾ ਨੂੰ ਹੋਰ ਖੁਸ਼ਹਾਲ ਬਣਾਉਣ ਵਾਸਤੇ, ਪੂਰੇ ਭਾਈਚਾਰੇ ਨਾਮ ਉੱਪਰ ਚੁੱਕਣ ਵਾਸਤੇ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ, ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣਗੇ। ਗੁਰਪ੍ਰਿੰਦਰ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ। ਮਿਸਿਸਾਗਾ ਵਿਖੇ ਫੈਮਿਲੀ ਡੇ ਵਾਕਥੌਨ ਦਾ ਆਯੋਜਨ ਕੀਤਾ ਗਿਆ, ਜਿਸ ਦਾ ਥੀਮ ਸੀ ਆਰ ਚਿਲਡਰਨ ਆਰ ਹੋਪ। ਇਸ ਵਾਕਥੌਨ ਰਾਹੀਂ ਕ੍ਰੈਡਿਟ ਵੈਲੀ ਹਸਪੀਟਲ ਲਈ ਫੰਡ ਰੇਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟ੍ਰਿਲੀਅਮ ਹੈਲਥ ਫਾਊਂਡੇਸ਼ਨ ਲਈ ਬੀਤੇ 3 ਸਾਲਾਂ ਤੋਂ ਇਹ ਇਵੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਆਓ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਇਸ ਵਾਕਥੌਨ ਵਿੱਚ। ਮਿਸਿਸਾਗਾ ਮੁਸਲਿਮ ਕਮਿਊਨਿਟੀ ਵੱਲੋਂ ਟ੍ਰਿਲੀਅਮ ਹੈਲਥ ਪਾਰਟਨਰਸ ਫਾਊਂਡੇਸ਼ਨ ਲਈ ਕਰੀਬ $2.5 ਲੱਖ ਫੰਡਸ ਵਜੋਂ ਇਕੱਠੇ ਕਰਨ ਦਾ ਟੀਚਾ ਮਿਥਿਆ ਗਿਆ ਸੀ। ਉਹਨਾਂ ਆਪਨੇ ਇਸ ਟਾਰਗੇਟ ਨੂੰ ਪੂਰਾ ਕਰਦੇ ਹੋਏ ਮਿਸਿਸਾਗਾ ਦੇ ਕ੍ਰੈਡਿਟ ਵੈਲੀ ਹਸਪਤਾਲ ਨੂੰ ਇਕੱਠੀ ਕੀਤੀ ਗਈ ਰਕਮ ਸੌਂਪੀ ਅਤੇ ਨਾਲ ਹੀ ਵਾਕਥੌਨ ਦਾ ਆਯੋਜਨ ਕੀਤਾ ਤਾਂ ਕਿ ਲੋਕਾਂ ਨੂੰ ਇਸ ਸੋਸ਼ਲ ਕਾਜ਼ ਬਾਰੇ ਜਾਣੂ ਕਰਵਾया जा सके। ये सबसे अहम बात यह है कि जो पिछले 4 साल में हमने कोई बहुत बड़े डोनर्स को हमने टारगेट नहीं किया, बल्कि हमने ग्रास रूट लेवल पे हमने लोगों को अप्रोच किया। हम ये चाह रहे थे कि ये जो मैसेज है, असल बात ये जो पूरा हम ये काम कर रहे हैं, पैसे तो इकट्ठा करना एक जगह है, लेकिन दूसरी जो असल मकसद है वो ये कि हम ये मैसेज ये एजुकेट करें लोगों को। एक तो ये कि फंडिंग ऑफ द हेल्थ केयर सिस्टम, सेकंड अपनी फैमिलीज़ को टेक केयर करने के लिए, अपनी फैमिली के लिए काम करने के लिए, उनको एक एनवायरनमेंट देने के लिए जिसमें आपके बच्चे एक आपके लिए उठा के मुंह देखें कि यहाँ से मुझे प्यार मोहब्बत मिलेगा। Part of an overarching renovation that we're doing at the Credit Valley Hospital, so it'll focus on providing equipment, renovation and retrofit of the physical space, including housing seniors, mental health patients and children in different specialized areas. ਜ਼ਿਕਰਯੋਗ ਹੈ ਕਿ ਮਿਸਿਸਾਗਾ ਮੁਸਲਿਮ ਕਮਿਊਨਿਟੀ ਦੇ ਵੂਮਨ ਮੈਂਬਰਸ ਵੱਲੋਂ ਹੀ ਕਰੀਬ $50,000 ਇਕੱਠੇ ਕੀਤੇ ਗਏ ਅਤੇ ਇਸ ਨੂੰ ਇੱਕ ਵੱਡੀ ਅਚੀਵਮੈਂਟ ਮੰਨਿਆ ਜਾ ਰਿਹਾ ਹੈ। ਇਸ ਨਾਲ ਐਥਨਿਕ ਕਮਿਊਨਿਟੀਜ਼ ਦੀਆਂ ਔਰਤਾਂ ਨੂੰ ਵੀ ਕਮਿਊਨਿਟੀ ਵਿੱਚ ਅੱਗੇ ਆਉਣ ਦਾ ਮੌਕਾ ਮਿਲਿਆ ਹੈ। ਇਵੈਂਟ ਵਿੱਚ ਐਥਨਿਕ ਕਮਿਊਨਿਟੀਜ਼ ਦੇ ਕਈ ਮੈਂਬਰਸ ਨੇ ਵੀ ਆਪਣੀ ਸ਼ਮੂਲੀਅਤ ਕੀਤੀ ਅਤੇ ਨਾਲ ਹੀ ਕਮਿਊਨਿਟੀ ਵੱਲੋਂ ਪਾਏ गए योगदान की प्रशंसा भी की गई। बहुत अच्छा काम कर रहे हैं और यहाँ पे जो मैंने चीज़ देखी है, फिलंथ्रॉपी बहुत है यहाँ पे, वेलफेयर एक्टिविटीज़ बहुत ज़्यादा है यहाँ पे, जो कि विच इज़ अ वेरी बिग थिंग। तो आप लोगों की वजह से और साउथ एशियन कम्युनिटी की वजह से जो है एक मुकाम जो उस रीजन के लोगों को मिल रहा है वो शायद बहुत कम जगह पे लोगों को मिल पाता है। एकजुटता दिखानी बहुत ज़्यादा ज़रूरी है और दूजी गल ये कि ये एक गुलदस्ता रिप्रजेंट करता है। दिस रिप्रजेंट के वी आर फ्रॉम डिफरेंट फेथ्स, वी हैव डिफरेंट वैल्यूज़, बट वी आर ऑल ह्यूमन बीइंग। तो एक स्ट्रॉन्ग मैसेज कम्यूनिटी च जाना चाहिए है कि इवन एक फेथ ग्रुप ये कर रहा है, बट वी आर ऑल पार्ट ऑफ अ ग्रुप which is humanity. We donated $500 today to the Credit Valley Hospital, and we think it's a very noble cause, and it's important to donate to hospitals to further research and to help people. ਮਿਸਿਸਾਗਾ ਮੁਸਲਿਮ ਕਮਿਊਨਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਹੋਰ ਨਵੇਂ ਉਪਰਾਲਿਆਂ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਸੰਸਥਾ ਦੇ ਪਹਿਲੇ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਉਹ ਹੁਣ ਉਮੀਦ ਕਰ ਰਹੇ ਹਨ ਕਿ ਇਸ ਨੂੰ ਗਲੋਬਲ ਲੈਵਲ ਤੇ ਲਾਂਚ ਕੀਤਾ ਜਾਵੇ। ਕਿਸੇ ਨੇ ਖੂਬ ਕਿਹਾ ਹੈ ਕਿ ਚੈਰਿਟੀ ਬਿਗਿਨਸ ਐਟ ਹੋਮ ਅਤੇ ਅੱਜ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦਾ ਮੇਨ ਥੀਮ ਵੀ ਆਰ ਚਿਲਡਰਨ ਆਰ ਹੋਪ ਸੀ, ਤਾਂ ਕਿ ਬੱਚਿਆਂ ਨੂੰ ਇਹ ਸਿੱਖ ਦਿੱਤੀ ਜਾਵੇ ਕਿ ਕਮਿਊਨਿਟੀ ਨਾਲ ਮਿਲ ਕੇ ਕੰਮ ਕਰਨ ਲਈ ਨਾ ਹੀ ਸਿਰਫ ਕਮਿਊਨਿਟੀ ਦੇ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਹੈ, ਪਰ ਕਮਿਊਨਿਟੀ ਦੀ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਂਦਾ ਹੈ। ਹਰਨੀਹਾ ਗੁਲਾਟੀ, PTC ਨਿਊਜ਼, ਮਿਸਿਸਾਗਾ, ਕੈਨੇਡਾ।
ਕੈਨੇਡੀਅਨ ਬਲੱਡ ਸੁਸਾਇਟੀ ਵੱਲੋਂ 24 ਸਾਲਾਂ ਦੀ ਮੁਨੀਤ ਲਈ ਬੀਤੇ ਦਿਨੀ ਮਾਲਟਨ ਗੁਰੂ ਘਰ ਵਿਖੇ ਇੱਕ ਬੋਨ ਮੈਰੋ ਕੈਂਪ ਲਗਾਇਆ ਗਿਆ, ਜਿਸ ਵਿੱਚ 17 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਔਰਤ ਅਤੇ ਮਰਦਾਂ ਨੇ ਇਸ ਸਮਾਜ ਸੇਵੀ ਕੰਮ ਵਿੱਚ ਹਿੱਸਾ ਪਾਇਆ। ਜ਼ਿਕਰਯੋਗ ਹੈ ਕਿ ਬੀਤੇ ਸਾਲ ਅਕਤੂਬਰ ਵਿੱਚ ਮੁਨੀਤ ਨੂੰ ਇਸ ਕੈਂਸਰ ਬਾਰੇ ਪਤਾ ਲੱਗਾ ਸੀ, ਜਿਸ ਨੂੰ ਹੁਣ ਬੋਨ ਮੈਰੋ ਦੀ ਲੋੜ ਹੈ। ਇਹ ਹੈ 24 ਸਾਲਾ ਮੁਨੀਤ। ਮੁਨੀਤ ਸ਼ੈਰਡਨ ਕਾਲਜ ਦੀ ਸਾਬਕਾ ਵਿਦਿਆਰਥਣ ਹੈ। ਬੀਤੇ ਸਾਲ ਮੁਨੀਤ ਨੂੰ ਜਾਂਚ ਤੋਂ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ ਤੇ ਉਸ ਨੂੰ ਬੋਨ ਮੈਰੋ ਦੀ ਲੋੜ ਹੈ। ਮੁਨੀਤ ਲਈ ਬੋਨ ਮੈਰੋ ਦੀ ਲੋੜ ਨੂੰ ਪੂਰਾ ਕਰਨ ਲਈ ਕੈਨੇਡੀਅਨ ਬਲੱਡ ਸੁਸਾਇਟੀ ਵੱਲੋਂ ਮਾਲਟਨ ਗੁਰਦੁਆਰਾ ਸਾਹਿਬ ਵਿੱਚ ਬੋਨ ਮੈਰੋ ਜਾਂਚ ਕੈਂਪ ਲਗਾਇਆ ਗਿਆ। Basically, ਆਪਾਂ ਹੀ ਮੰਗਦੇ ਹਾਂ people from South Asian community ਤੇ ਤੁਸੀਂ ਆਓ and get tested because there's 799 patients ਸਿਰਫ ਕੈਨੇਡਾ ਦੇ ਵਿੱਚ ਕਿੰਨਾਂ ਨੂੰ ਇਹ stem cell transplant ਦੀ ਨੀਡ ਆ, ਸਿਰਫ ਮੈਂ ਨਹੀਂ ਹੈਗੀ। And between ages of 17 to 35, males ਵੀ females ਵੀ any gender ਤੁਸੀਂ ਆ ਸਕਦੇ ਆ, and if you can that would be really appreciated and we appreciate any support that we can receive from the community। ਸਾਡੀ ਇਵੈਂਟ ਇੰਨੀ ਸਕਸੈਸਫੁਲ ਹੋਈ ਕਿ ਓਵਰ 250 ਡੋਨਰਸ ਰਜਿਸਟਰ ਹੋ ਚੁੱਕੇ ਹੈ ਔਰ ਅਜੇ ਵੀ ਉਮੀਦ ਹੈ ਕਿ ਜਿਹੜੀ ਸਾਡੀ ਗਾਹਾਂ ਦੀ ਇਵੈਂਟ ਹੋ ਰਹੀ ਉਹਦੇ ਵਿੱਚ ਅਸੀਂ ਹੋਰ ਵੀ ਅਵੇਅਰਨੈਸ ਰੇਜ਼ ਕਰ ਸਕੀਏ, ਸਾਡੀ ਕਮਿਊਨਿਟੀ ਦੇ ਵਿੱਚ ਹੋਰ ਐਜੂਕੇਸ਼ਨ ਦੇ ਸਕੀਏ ਕਿ ਜਿਹੜੇ ਵੀ ਲੋਕ ਹੈ ਕਿ ਉਹ ਸਾਹਮਣੇ ਆਉਣ, ਇੱਕ ਦੂਜੇ ਦੀ ਮਦਦ ਕਰਨ ਦੇ ਲਈ ਸਾਹਮਣੇ ਆਉਣ ਔਰ ਹੈਲਪ ਕਰਨ ਕਿ ਜੋ ਵੀ ਹੈਗੇ ਲੋਕ ਰਜਿਸਟਰੀ ਦੇ ਵਿੱਚ ਉਹਨਾਂ ਨੂੰ ਮੈਚ ਮਿਲ ਸਕੇ। ਇਹਨੂੰ ਜਾਰੀ ਰੱਖਾਂਗੇ ਕਿਉਂਕਿ ਸਾਡੇ ਕਮਿਊਨਿਟੀ ਦੇ ਵਿੱਚ ਜੋ ਡਾਟਾਬੇਸ ਆ ਉਹ ਬਹੁਤ ਥੋੜਾ ਵਾ। ਅਸੀਂ ਚਾਹੁੰਦੇ ਹਾਂ ਕਿ ਇਹ ਵੀ ਦੂਸਰੀਆਂ ਕਮਿਊਨਿਟੀਆਂ ਵਾਂਗੂ ਪੂਰਾ ਡਾਟਾਬੇਸ ਰਹੇ, ਇਸ ਕਰਕੇ ਅਸੀਂ ਟਰਾਈ ਕਰਾਂਗੇ ਇਸ ਇਵੈਂਟ ਨੂੰ ਹੋਰ ਵੀ ਉਭਾਰਨ ਦੀ, ਪਬਲਿਕ ਵਿੱਚ ਲਿਆਉਣ ਦੀ, ਤਾਂ ਕਿ ਆਪਾਂ ਹੋਰ ਆਪਣੀ ਕਮਿਊਨਿਟੀ ਨੂੰ ਅਵੇਅਰ ਕਰ ਸਕੀਏ। ਮੁਨੀਤ ਦੀ ਮਦਦ ਲਈ ਕਮਿਊਨਿਟੀ ਵੱਲੋਂ ਵੀ ਸਮਰਥਨ ਦਿੱਤਾ ਗਿਆ। 17 ਤੋਂ 35 ਸਾਲ ਤੱਕ ਦੀਆਂ ਔਰਤਾਂ ਤੇ ਮਰਦਾਂ ਨੇ ਇਸ ਸਮਾਜ ਸੇਵੀ ਕੰਮ ਵਿੱਚ ਹਿੱਸਾ ਪਾਇਆ। What we do is we help patients. We search for their matches. Patients that are afflicted with blood cancers, their only hope sometimes is stem cell transplant. But their chances to find a match within their family is just 25%. So when they can't find a match within their family, the best chance for them to find a match comes from their own ethnic background. ਬੋਨ ਮੈਰੋ ਹੱਡੀਆਂ ਦੇ ਅੰਦਰ ਇੱਕ ਟਿਸ਼ੂ ਹੁੰਦਾ ਹੈ ਤੇ ਬੋਨ ਮੈਰੋ ਟੈਸਟ ਲਈ ਸਵੈਬ ਟੈਸਟ ਕੀਤਾ ਜਾਂਦਾ ਹੈ ਤੇ ਡੋਨਰਸ ਨੂੰ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। So that's why I came out to donate today, and I'm really hoping that one of us has a match and we can help money out. Just entering the Gurdwara today, I was really inspired by how good of a community we have. Everyone's here working together to help money out. Really happy for being here and donating, and hopefully, I am a match for money. If not money, somebody else. I really think our South Asian community needs to come out and do these type of things. Our database is so low. I believe they said only 3%. So I really do think it's important to educate our community and make them come out and be aware of these type of things. ਕੈਨੇਡਾ ਵਿੱਚ ਇਸ ਵੇਲੇ ਰੋਜ਼ ਕਰੀਬ 1000 ਲੋਕ ਬੋਨ ਮੈਰੋ ਟ੍ਰਾਂਸਪਲਾਂਟ ਲਈ ਵੇਟ ਲਿਸਟ ਵਿੱਚ ਨੇ, ਜਿਨ੍ਹਾਂ ਨੂੰ ਡੋਨਰ ਦੀ ਲੋੜ ਹੈ। ਲੋੜ ਹੈ ਸਭ ਨੂੰ ਇਸ ਸਮਾਜ ਸੇਵੀ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ। ਰੁਪਿੰਦਰ ਕੌਰ, PDC ਨਿਊਜ਼, ਮਾਲਟਨ, ਕੈਨੇਡਾ। ਸੋ ਇਸ ਖਬਰ ਦੇ ਨਾਲ ਹੀ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ ਫੇਰ ਤੋਂ ਹਾਜ਼ਰ ਹੋਵਾਂਗੇ ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ। ਤੁਹਾਨੂੰ ਸਾਡੀ ਅੱਜ ਦੀ ਪੇਸ਼ਕਸ਼ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਲਿਖੋ। ਸਾਡਾ ਈਮੇਲ ਆਈਡੀ ਹੈ feedback@pdcnetwork.tv। ਫਿਰ ਤੋਂ ਹੋਵੇਗੀ ਮੁਲਾਕਾਤ ਨੈਕਸਟ ਵੀਕ। ਟਿਲ ਦੈਨ ਗੁੱਡ ਬਾਏ ਐਂਡ ਟੇਕ ਕੇਅਰ।